ਕਰਤਾਰ ਸਿੰਘ ਦੁੱਗਲ ਦੀ ਕਹਾਣੀ। ਪੈਰਿਸ ਦੀ ਇੱਕ ਸ਼ਾਮ। ਖਬਰੇ ਵਿਦੇਸ਼ ਦੀ ਉਹਦੀ ਉਹ ਪਹਿਲੀ ਫੇਰੀ ਸੀ, ਜੇ ਨਹੀਂ ਤਾਂ ਪਹਿਲੀਆਂ ਵਿੱਚੋਂ ਇੱਕ। ਯੂਨੈਸਕੋ ਦੀ ਕਾਨਫਰੰਸ ਕੋਈ ਇੱਕ ਹਫ਼ਤਾ ਰਹਿਣੀ ਸੀ ਅਤੇ ਉਹਦਾ ਦੌਰਾ ਕੁਝ ਇਸ ਤਰ੍ਹਾਂ ਬਣਾਇਆ ਗਿਆ ਕਿ ਇੱਕ ਦਿਨ ਐਥਨਸ ਰੁਕ ਕੇ ਉਹ ਪੈਰਿਸ ਪੁੱਜਾ। ਪੈਰਿਸ ਤੋਂ ਬਾਅਦ ਇੱਕ ਦਿਨ ਰੋਮ ਰਹਿ ਕੇ ਉਹ ਵਾਪਸ ਦੇਸ ਆ ਜਾਣਾ ਸੀ। ਪੈਰਿਸ ਦਾ ਉਹਦਾ ਕਾਯਾਮ ਲੰਮਾ ਹੋਣ ਕਰਕੇ ਉਹ ਫਿਕਰਮੰਦ ਸੀ ਕਿਤੇ ਉਹਦਾ ਮਨ ਕਾਹਲਾ ਹੀ ਨਾ ਪੈਣ ਲੱਗ ਜਾਏ। ਖਾਸ ਤੌਰ 'ਤੇ ਉਹਦੀ ਤ੍ਰੀਮਤ ਫਿਕਰਮੰਦ ਸੀ ਅਤੇ ਉਸ ਇਹਤਿਆਤ ਦੇ ਤੌਰ 'ਤੇ ਆਪਣੇ ਕਾਲਜ ਦੇ ਜ਼ਮਾਨੇ ਦੀ ਇੱਕ ਦੋਸਤ ਨੂੰ ਚਿੱਠੀ ਪਾਈ ਕਿ ਉਹਦੇ ਘਰ ਵਾਲੇ ਦਾ ਖਿਆਲ ਰੱਖੇ। ਫਰੀਦਾ ਪੜ੍ਹਾਈ ਖ਼ਤਮ ਕਰਕੇ ਪੈਰਿਸ 'ਚ ਜਾ ਵਸੀ ਸੀ। ਉੱਥੇ ਹੀ ਉਹਨੂੰ ਨੌਕਰੀ ਮਿਲੀ, ਉੱਥੇ ਹੀ ਉਸ ਵਿਆਹ ਕਰਾ ਲਿਆ। ਦਸੀਂਦਾ ਸੀ ਹੁਣ ਤੇ ਉਹਦਾ ਬੇਟਾ 4-5 ਸਾਲਾਂ ਦਾ ਹੋਏਗਾ, ਖਬਰੇ ਹੋਰ ਕੋਈ ਬੱਚਾ ਵੀ ਹੋਵੇ। ਉਹਦੀ ਤ੍ਰੀਮਤ ਨੇ ਫਰੀਦਾ ਨੂੰ ਤਾਕੀਦ ਕੀਤੀ ਕਿ ਉਹਦੇ ਘਰ ਵਾਲੇ ਨੂੰ ਪੈਰਿਸ ਦੀ ਸੈਰ ਕਰਵਾ ਦੇਵੇ। ਤੁਰਨ ਵੇਲੇ ਉਸ ਫਰੀਦਾ ਲਈ ਕੱਦ ਸੁਗਾਤ ਵੀ ਉਹਦੇ ਨਾਲ ਕਰ ਦਿੱਤੀ ਅਤੇ ਜਿਸ ਹੋਟਲ 'ਚ ਉਹਦਾ ਠਹਿਰਨ ਦਾ ਪ੍ਰਬੰਧ ਹੋਇਆ ਸੀ ਉਹਦਾ ਪਤਾ ਪਹਿਲੇ ਹੀ ਫਰੀਦਾ ਨੂੰ ਭੇਜ ਦਿੱਤਾ ਗਿਆ ਸੀ। ਅਤੇ ਫਿਰ ਉਹੀ ਗੱਲ ਹੋਈ ਜਿਵੇਂ ਉਹ ਸੋਚ ਰਿਹਾ ਸੀ। ਸ਼ਾਮੀ ਜਦੋਂ ਕਾਨਫਰੰਸ ਤੋਂ ਮੁੜਿਆ, ਅੱਗੇ ਹੋਟਲ ਦੇ ਲਾਊਂਜ ਵਿੱਚ ਫਰੀਦਾ ਉਹਦੀ ਉਡੀਕ ਕਰ ਰਹੀ ਸੀ। ਇੰਜ ਜਾਪਦਾ ਸੀ ਉਸ ਦਿਨੇ ਟੈਲੀਫੋਨ 'ਤੇ ਹੋਟਲ ਵਾਲਿਆਂ ਤੋਂ ਆਪਣੇ ਮਹਿਮਾਨ ਬਾਰੇ ਸਾਰੀ ਪੁੱਛ-ਗਿੱਛ ਕਰ ਲਈ ਸੀ। ਇੰਨੇ ਤਪਾਕ ਨਾਲ ਫਰੀਦਾ ਉਹਨੂੰ ਮਿਲੀ। ਅੱਗੇ ਵੱਧ ਕੇ ਉਸ ਉਹਨੂੰ ਗਲੇ ਨਾਲ ਲਾਇਆ, ਇੱਕ ਪਿਆਰ ਇੱਕ ਗੱਲ 'ਤੇ, ਇੱਕ ਪਿਆਰ ਦੂਜੀ ਗੱਲ 'ਤੇ, ਅਤੇ ਫਿਰ ਉਹਦੀ ਕਮਰ ਦੇ ਇਰਦ ਗਿਰਦ ਬਾਂਹ ਵਲੇਟੀ ਉਹਦੇ ਕਮਰੇ ਵੱਲ ਤੁਰ ਪਈ, ਜਿਵੇਂ ਕਦੋਂ ਦੀ ਉਹਨੂੰ ਜਾਣਦੀ ਹੋਵੇ। ਹੱਸ-ਹੱਸ ਗੱਲਾਂ ਕਰ ਰਹੀ ਸੀ ਉਹਦੀ ਤ੍ਰੀਮਤ ਸਲੀਮਾ ਦੇ ਕਾਲਜ ਦੇ ਜ਼ਮਾਨੇ ਦੀਆਂ ਕਹਾਣੀਆਂ। ਫਰੀਦਾ ਇੰਨਾ ਚਿਰ ਉਹਦੇ ਕਮਰੇ 'ਚ ਬੈਠੀ ਗੱਪਾਂ ਮਾਰਦੀ ਰਹੀ। ਗੱਪਾਂ ਮਾਰਦੀ ਪਹਿਲੇ ਉਹਦੇ ਕਮਰੇ ਨੂੰ ਤਰਤੀਬ ਦੇਣ ਲੱਗ ਪਈ। ਮੁੜ-ਮੁੜ ਕਹਿੰਦੀ, ਇਹ ਯੂਨੈਸਕੋ ਵਾਲਿਆਂ ਨੇ ਤੁਹਾਡੇ ਲਈ ਡਬਲ ਬੈੱਡ ਕਮਰਾ ਕਿਉਂ ਰਿਜ਼ਰਵ ਕਰਵਾਇਆ? ਇਸ ਤੋਂ ਤੇ ਤੁਸੀਂ ਸਲੀਮਾ ਨੂੰ ਵੀ ਨਾਲ ਲੈ ਆਉਂਦੇ। ਇਸ ਇਲਾਕੇ 'ਚ ਹੋਟਲ ਇੰਨੇ ਮਹਿੰਗੇ ਨੇ, ਨਾਲੇ ਤੁਹਾਡੇ ਕਮਰੇ 'ਚੋਂ ਨਜ਼ਾਰਾ ਕਿੰਨਾ ਪਿਆਰਾ ਹੈ। ਸਾਹਮਣੇ ਫੁਹਾਰੇ ਵੇਖੋ, ਇਹਨਾਂ ਸੋਹਣੇ ਰੰਗ ਬਿਰੰਗੀਆਂ ਰੌਸ਼ਨੀਆਂ ਝਿਲਮਿਲਾਉਣ ਲੱਗ ਪੈਣਗੀਆਂ। ਉੱਧਰੋਂ ਤਰਕਾਲਾਂ ਪਈਆਂ, ਇੱਧਰ ਸਾਹਮਣੀ ਪਾਰਕ ਵਿੱਚ ਨਜ਼ਾਰਾ ਵੇਖਣ ਵਾਲਾ ਹੋਏਗਾ। ਮੈਂ ਤੇ ਕਈ ਵਾਰ ਇਸ ਪਾਰਕ ਵਿੱਚ ਆ ਕੇ ਅੱਧੀ ਰਾਤ ਤੀਕ ਬੈਠੀ ਰਹਿੰਦੀ ਹਾਂ। ਹੁਣੇ ਹਰ ਉਮਰ ਦੇ ਜੋੜੇ ਆਉਣੇ ਸ਼ੁਰੂ ਹੋ ਜਾਣਗੇ, ਨਿੱਕੇ ਵੱਡੇ, ਜਵਾਨ ਬੁੱਢੇ। ਪਾਰਕ ਦੇ ਮਖਮਲੀ ਘਾਹ 'ਤੇ, ਰੁੱਖਾਂ ਦੇ ਹੇਠ, ਬਾੜਾਂ ਦੇ ਓਹਲੇ, ਮਰਦ ਔਰਤਾਂ, ਕੁੜੀਆਂ ਮੁੰਡੇ ਅਲਸਾਏ ਮਦਹੋਸ਼ ਪਏ ਰਹਿੰਦੇ ਨੇ। ਦੂਰ ਪਾਰਕ ਦੇ ਕੋਨੇ ਵਿੱਚ ਆਰਕੈਸਟਰਾ ਵੱਜਦਾ ਰਹਿੰਦਾ ਹੈ, ਕਦੀ ਕੋਈ ਧੁਨ ਕਦੀ ਕੋਈ ਧੁਨ, ਅਤੇ ਫੁਹਾਰਿਆਂ 'ਤੇ ਪੈ ਰਹੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਦੀ ਸਿਹਰ ਕਰ ਦੇਣ ਵਾਲੀ ਅੱਖ ਮਚੋਲੀ। ਬਹਾਰ ਦੀ ਟੂਣੇਹਾਰੀ ਰਾਤ ਵਿੱਚ ਜਦੋਂ ਚੌਹਾਂ ਪਾਸੇ ਖਿੜੇ ਹੋਏ ਫੁੱਲ ਆਪਣੇ ਪੂਰੇ ਜੋਬਨ 'ਤੇ ਹੁੰਦੇ ਨੇ, ਜਦੋਂ ਅਸਮਾਨ 'ਤੇ ਚੰਨ ਛਪਨ ਛੋਤ ਖੇਡ ਰਿਹਾ ਹੁੰਦਾ ਹੈ, ਸਾਰਾ ਸ਼ਹਿਰ ਸੌਂ ਚੁੱਕਾ ਹੁੰਦਾ ਹੈ, ਸੜਕਾਂ 'ਤੇ ਆਵਾਜਾਈ ਮੁੱਕ ਜਾਂਦੀ ਹੈ। ਸੁੰਨਸਾਨ ਸੜਕਾਂ, ਹਨੇਰਾ ਚੌਹਾਂ ਪਾਸੇ ਹਨੇਰਾ, ਅਤੇ ਖਾਮੋਸ਼ੀ ਹੱਥ ਨੂੰ ਹੱਥ ਲਾਇਆ ਵਿਖਾਈ ਨਹੀਂ ਦਿੰਦਾ। ਦੂਰ ਆਰਕੈਸਟਰੇ ਦੀ ਧੁਨ ਹੋਰ ਧੀਮੀ ਹੁੰਦੀ ਜਾਂਦੀ ਹੈ। ਫੁਹਾਰਿਆਂ ਦੀਆਂ ਲਪਕ ਪੈ ਰਹੀਆਂ ਝਰਨਾਟਾਂ 'ਚ 7 ਰੰਗੀਆਂ ਰੌਸ਼ਨੀਆਂ ਮੱਧਮ ਪੈਂਦੀਆਂ ਜਾਂਦੀਆਂ ਨੇ। ਉਦੋਂ ਤੇ ਫਿਰ ਅਗਲੀ ਸਵੇਰ ਇਸ ਖਿੜਕੀ 'ਚੋਂ ਤੁਸੀਂ ਵੇਖੋਗੇ। ਪਹਿਲੀ ਗੱਲ, ਸੈਂਕੜੇ ਜਮਾਂਦਾਰ ਝਾੜੂ ਫੜੀ ਨਿੱਕੇ ਵੱਡੇ ਨੈਪਕਿਨ ਹੂੰਝ ਰਹੇ ਹੋਣਗੇ। ਦਿਨ ਚੜ੍ਹਨ 'ਤੇ ਇੱਕ ਪਾਰਕ ਫਿਰ ਉਂਝ ਦੀ ਉਂਝ ਸਾਫ਼ ਸੁਥਰੀ ਝਮਝਮ ਕਰਨ ਲੱਗ ਪੈਂਦੀ ਹੈ। ਹਸੂ ਕਰ ਰਹੇ ਫੁੱਲ ਰਾਹ ਗੁਜ਼ਰੂਆਂ ਨੂੰ ਜਿਵੇਂ ਆਵਾਜ਼ਾਂ ਦੇ ਰਹੇ ਹੋਣ। ਪਤਾ ਨਹੀਂ ਕਿੰਨੇ ਚਿਰ ਤੋਂ ਫਰੀਦਾ ਆਪ ਮੁਹਾਰੀ ਬੋਲ ਰਹੀ ਸੀ। ਉਹ ਖਾਮੋਸ਼ ਟੁਕਰ ਉਹਦੇ ਮੂੰਹ ਵੱਲ ਵੇਖ ਰਿਹਾ ਸੀ। ਖਿੜਕੀ 'ਚ ਖਲੋਤੀ ਸਾਹਮਣੇ ਪਾਰਕ ਦੇ ਫੁਹਾਰਿਆਂ ਨੂੰ ਵੇਖਦੀ ਉਹ ਬੋਲਦੀ ਜਾ ਰਹੀ ਸੀ। ਅਵਾਕ, ਮੂੰਹ ਖੁੱਲ੍ਹਾ, ਉਹਦੇ ਮੱਥੇ ਨਾਲ ਅਟਖੇਲੀਆਂ ਕਰ ਰਹੀ ਉਹਦੀ ਚੁੰਮਣ ਲਿਟ ਵੱਲ ਵੇਖ ਰਿਹਾ ਸੀ। ਉਸ ਕੰਡ ਫੇਰੀ ਅਤੇ ਉਹਦੇ ਵੱਲ ਤੱਕ ਕੇ ਖਿੜਖਿੜਾ ਕੇ ਹੱਸ ਪਈ ਅਤੇ ਫਿਰ ਉਹਨੂੰ ਮੋਢੇ ਤੋਂ ਫੜ ਕੇ ਤੁਰ ਪਈ। ਚਾਹ ਤੁਹਾਡੇ ਹੋਟਲ 'ਚ ਨਹੀਂ, ਕਿਤੇ ਬਾਹਰ ਚੱਲ ਕੇ ਪੀਆਂਗੇ, ਫਿਰ ਤੁਹਾਨੂੰ ਸੈਰ ਕਰਵਾਵਾਂਗੀ, ਫਿਰ ਕਿਤੇ ਖਾਣਾ ਖਾਵਾਂਗੇ। ਅੱਜ ਸ਼ਾਮ ਮੈਂ ਤੁਹਾਡੇ ਲਈ ਨਿਵੇਕਲੀ ਰੱਖੀ ਹੈ। ਸਲੀਮਾ ਵੀ ਕੀ ਕਹੇਗੀ, ਉਹਦੇ ਸ਼ੌਹਰ ਦੀ ਖਾਤਰ ਹੋਣੀ ਚਾਹੀਦੀ ਹੈ। ਇੰਜ ਫਰੀਦਾ ਬੋਲ ਰਹੀ ਸੀ। ਲਿਫਟ ਵਿੱਚ ਵੜਦੇ, ਲਿਫਟ 'ਚੋਂ ਨਿਕਲਦੇ ਫਰਾਂਸੀਸੀ ਵਿੱਚ ਹੋਟਲ ਦੇ ਅਮਲੇ ਨੂੰ ਸਲਾਮ ਦੇ ਲੈ ਰਹੀ ਸੀ। ਉਹ ਸੋਚ ਰਿਹਾ ਸੀ, ਇੱਕ ਗੱਲੋਂ ਚੰਗਾ ਹੀ ਹੋਇਆ, ਉਹਦੀ ਫਰੀਦਾ ਨਾਲ ਮੁਲਾਕਾਤ ਹੋ ਗਈ।
ਉਹਦੀ ਫਰਾਂਸੀਸੀ ਬੋਲੀ ਤੇ ਮੁਹਾਰਤ ਦੇ ਕਾਰਨ ਸ਼ਹਿਰ ਦੀ ਸੈਰ ਤੇ ਹੋਰ ਨਿੱਕ ਸੁੱਕ ਖਰੀਦਣ ਵਿੱਚ ਉਹਦੀ ਮਦਦ ਹੋ ਜਾਏਗੀ। ਫਰਾਂਸ ਵਿੱਚ ਲੋਕਾਂ ਨੂੰ ਭਾਵੇਂ ਆਉਂਦੀ ਵੀ ਹੋਵੇ, ਉਹ ਲੋਕ ਨਾ ਅੰਗਰੇਜ਼ੀ 'ਚ ਗੱਲ ਕਰਦੇ ਨੇ ਤੇ ਨਾ ਇਸ ਗੱਲ ਦਾ ਇਤਰਾਫ਼ ਕਿ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਹੈ। ਫਰਾਂਸ ਤੇ ਬਰਤਾਨੀਆ ਦੇ ਪੁਰਾਣੇ ਵੈਰ ਦੀ ਇਹ ਦੇਣ ਹੈ। ਨਾਲੇ ਫਰੀਦਾ ਦੀ ਆਪਣੀ ਮੋਟਰ ਸੀ, ਨਵੀਂ ਨਕੋਰ। ਕਹਿੰਦੀ 2-4 ਦਿਨ ਹੀ ਹੋਏ ਨੇ ਖਰੀਦਿਆਂ, ਅਜੇ ਨੰਬਰ ਪਲੇਟ ਵੀ ਨਹੀਂ ਮਿਲੀ, ਪਹਿਲੀ ਮੋਟਰ ਮੇਰੀ। ਇੰਨੇ 'ਚੋਂ ਸੜਕ ਕੰਢੇ ਛੌਲਦਾਰੀ ਹੇਠ ਕਿਸੇ ਕੈਫੇ ਦੀਆਂ ਲੱਗੀਆਂ ਕੁਰਸੀਆਂ ਕੋਲ ਪੁੱਜ ਗਏ ਸਨ। ਕਿਸਮਤ ਨਾਲ ਮੋਟਰ ਪਾਰਕ ਕਰਨ ਦੀ ਥਾਂ ਵੀ ਖਾਲੀ ਸੀ। ਫਰੀਦਾ ਨੇ ਗੱਲ ਵਿੱਚ ਹੀ ਛੱਡ ਝੱਟ ਮੋਟਰ ਖਾਲੀ ਥਾਂ ਵਿੱਚ ਜਾ ਟਿਕਾਈ ਤੇ ਫਿਰ ਉਹਨੂੰ ਬਾਹੋਂ ਫੜ ਇੱਕ ਨਵੇਕਲੀ ਥਾਂ ਤੇ ਉਹ ਜਾ ਬੈਠੀ। ਚਾਹ ਪੀ ਰਹੇ ਸਾਰਾ ਸਮਾਂ ਉਹ ਆਪਣੇ ਕਾਲਜ ਦੇ ਜ਼ਮਾਨੇ ਦੀਆਂ ਕਹਾਣੀਆਂ ਸੁਣਾਉਂਦੀ ਰਹੀ। ਜਿਨ੍ਹਾਂ ਦਿਨਾਂ 'ਚ ਸਲੀਮਾ ਦਾ ਇਸ਼ਕ ਚੱਲ ਰਿਹਾ ਸੀ, ਉਹ ਵੀ ਕਿਸੇ ਨੂੰ ਇਸ਼ਕ ਕਰ ਰਹੀ ਸੀ, ਪਰ ਉਹਦਾ ਇਸ਼ਕ ਸਿਰੇ ਨਹੀਂ ਚੜ੍ਹਿਆ। ਕਿੰਨੇ ਇਸ਼ਕ ਸਿਰੇ ਚੜ੍ਹਦੇ ਨੇ, ਮੁੜ ਕਹਿੰਦੀ ਤੇ ਉਹਦੀਆਂ ਅੱਖੀਆਂ 'ਚ ਜਿਵੇਂ ਸੰਸਾਰ ਭਰ ਦੀਆਂ ਨਾਕਾਮ ਮੁਹੱਬਤਾਂ ਦੀਆਂ ਕਹਾਣੀਆਂ ਝੁਰਮਟ ਪਾ ਰਹੀਆਂ ਹੋਣ। ਬੜੀ ਦਿਲ ਫਰੇਬ ਔਰਤ ਹੋਏਗੀ ਆਪਣੇ ਵਕਤ ਵਿੱਚ, ਉਹ ਮਨ ਹੀ ਮਨ ਸੋਚਦਾ। ਹੁਣ ਤੇ ਜਿਵੇਂ ਲੌਢਾ ਵੇਲਾ ਹੋਵੇ, ਦੁਪਹਿਰਾਂ ਢਲ ਰਹੀਆਂ ਹਨ, ਕੋਈ ਕਥੂਰੀ ਉਹਦੀ ਮੁੱਠੀ ਵਿੱਚੋਂ ਜਿਵੇਂ ਉੱਡਦੀ ਜਾ ਰਹੀ ਸੀ, ਪਰ ਅਜੇ ਵੀ ਉਹਦਾ ਕੁਝ ਵਿਗੜਿਆ ਨਹੀਂ ਸੀ। ਅਜੇ ਹੈ ਫੁੱਲਾਂ ਦੇ ਵਿੱਚ ਖੁਸ਼ਬੂ। ਉਹਨੂੰ ਆਪਣੀ ਇੱਕ ਕਵਿਤਾ ਦਾ ਸ਼ੇਰ ਯਾਦ ਆਉਣ ਲੱਗ ਪਿਆ ਸੀ। ਚਾਹ ਪੀ ਕੇ ਉੱਠੇ ਤੇ ਉਹਨੂੰ ਫਰੀਦਾ ਆਈਫਲ ਟਾਵਰ ਵਿਖਾਣ ਲੈ ਤੁਰੀ। ਸਾਹਮਣੇ ਹੀ ਤਾਂ ਸੀ, ਉੱਚਾ, ਬਹੁਤ ਉੱਚਾ, ਲੋਹੇ ਦਾ ਸੁੱਖੜ ਖਲੋਤਾ ਇੱਕ ਜਿੰਨ ਕੱਦ ਢਾਂਚਾ, ਜਿਵੇਂ ਉਹਨਾਂ ਨੂੰ ਆਲੇ ਦੇ ਰਿਹਾ ਹੋਵੇ। ਇਹ ਟਾਵਰ ਅਲੈਗਜ਼ੈਂਡਰ ਗੁਸਟਾਵ ਨੇ ਬਣਾਇਆ ਸੀ। ਫਰਾਂਸ ਦਾ ਇੱਕ ਸਿਵਲ ਇੰਜੀਨੀਅਰ ਸੀ, ਏਰੋਡਾਇਨਮਿਕ ਵਿੱਚ ਖੋਜ ਕਰਦਾ ਸੀ। 1832 'ਚ ਪੈਦਾ ਹੋਇਆ, 1923 'ਚ ਮਰਿਆ। ਉਹਨੂੰ ਇੰਜ ਬੋਲ ਰਿਹਾ ਵੇਖ ਉਹਦੀ ਮੁਸਕੜੀ ਨਿਕਲ ਗਈ। ਇੰਨੀ ਵਾਕਫੀਅਤ ਕਿਸੇ ਮਾਮੂਲੀ ਪ੍ਰਤਿਭਾ ਦੇ ਵਿਅਕਤੀ ਦਾ ਹਿੱਸਾ ਨਹੀਂ ਹੁੰਦੀ। ਤੇ ਫਿਰ ਉਹ ਲਿਫਟ ਵਿੱਚ ਆਈਫਲ ਦੇ ਮੀਨਾਰ ਦੇ ਧੁਰ ਉੱਤੇ ਪੁੱਜ ਗਏ। ਇੱਥੋਂ ਸਾਰਾ ਪੈਰਿਸ ਵਿਖਾਈ ਦਿੰਦਾ ਸੀ। ਸ਼ਾਮ ਪੈ ਰਹੀ ਸੀ, ਜਿਵੇਂ ਪਲਾਤੇ ਪਰਛਾਵੇਂ ਕੋਈ ਕਿਸੇ ਹਸੀਨਾ ਨੂੰ ਕੱਜ ਰਹੇ ਹੋਣ। ਅਜੇ ਉਹ ਦੀਵਾਨਿਆਂ ਹਾਰ ਮੰਤਰਮੁਗਧ ਦੇ ਇਸ ਦ੍ਰਿਸ਼ ਨੂੰ ਦੇਖ ਹੀ ਰਹੇ ਸੀ ਕਿ ਇੱਕਦਮ ਸਾਰਾ ਸ਼ਹਿਰ ਰੌਸ਼ਨ ਹੋ ਗਿਆ। ਸੜਕਾਂ ਤੇ ਉੱਚੀਆਂ ਇਮਾਰਤਾਂ ਵਿੱਚ, ਬਾਗਾਂ ਵਿੱਚ, ਬਾਜ਼ਾਰਾਂ ਵਿੱਚ ਜਗਮਗ ਰੌਸ਼ਨੀਆਂ ਬਲ ਉੱਠ। ਵੇਖ ਕੇ ਉਹਦੀਆਂ ਨਜ਼ਰਾਂ ਨਹੀਂ ਭਰ ਰਹੀਆਂ ਸਨ, ਜਿਵੇਂ ਕਿਸੇ ਤੇ ਜਾਦੂ ਹੋ ਗਿਆ ਹੋਵੇ। ਕਿੰਨਾ ਚਿਰ ਉਹ ਖਾਮੋਸ਼ ਪੈਰਿਸ ਦੀ ਇਸ ਛਵੀ ਨੂੰ ਆਪਣੀਆਂ ਅੱਖੀਆਂ ਵਿੱਚ ਵਸਾਉਂਦਾ ਰਿਹਾ। ਇੰਝ ਹੀ ਉਹ ਖਲੋਤੇ ਸਨ ਕਿ ਰਾਤ ਉਤਰ ਆਈ। ਟਾਵਰ ਦੇ ਹੇਠ ਆਏ ਤੇ ਉਹ ਇੱਕ ਨੁਮਾਇਸ਼ ਵੇਖਣ ਲੱਗ ਪਏ। ਈਰਾਨ ਨੇ ਆਪਣੀ ਸ਼ਹਿਨਸ਼ਾਹੀਅਤ ਦੀ 2500ਵੀਂ ਵਰ੍ਹੇਗੰਢ ਦੇ ਸਿਲਸਿਲੇ ਵਿੱਚ ਨੁਮਾਇਸ਼ ਲਾਈ ਸੀ। ਕੱਲ੍ਹ ਦਾ ਈਰਾਨ ਤੇ ਅੱਜ ਦਾ ਈਰਾਨ ਦੇ ਰਸਮ ਤੇ ਰਿਵਾਜ਼, ਈਰਾਨ ਦੀ ਰਹਿਣੀ ਬਹਿਣੀ, ਜਿਹੜੀਆਂ ਚੀਜ਼ਾਂ ਈਰਾਨ ਬਰਾਮਦ ਕਰਦਾ ਸੀ, ਈਰਾਨ ਦੇ ਲੋਕ, ਉੱਚੇ ਲੰਮੇ ਗੋਰੇ ਚਿੱਟੇ ਗੰਧਮੀ ਰੰਗ ਕਾਲ ਭਰਮੇ, ਈਰਾਨ ਦੇ ਫਲ, ਈਰਾਨ ਦੀ ਦਸਤਕਾਰੀ। ਇੱਕ ਥਾਂ ਈਰਾਨ ਦੀ ਸ਼ਾਦੀ ਦੀ ਰਸਮ ਨੂੰ ਨਾਟਕੀ ਢੰਗ ਨਾਲ ਦਰਸਾਇਆ ਜਾ ਰਿਹਾ ਸੀ। ਫਰੀਦਾ ਕਿੰਨਾ ਚਿਰ ਸਿਥਲ ਹੋਈ ਉਸ ਥਾਂ ਖਲੋਤੀ ਰਹੀ। ਨੁਮਾਇਸ਼ ਤੋਂ ਨਿਕਲੇ ਤਾਂ ਰਾਮਾ ਕ੍ਰਿਸ਼ਨ ਮਿਸ਼ਨ 'ਚ ਜਾ ਵੜੇ। ਉੱਥੇ ਕਿਸੇ ਸਵਾਮੀ ਜੀ ਦਾ ਲੈਕਚਰ ਸੀ। ਕਿੰਨੀ ਖਲਕਤ ਇਕੱਠੀ ਹੋਈ ਪਈ ਸੀ। ਲੈਕਚਰ ਕਰ ਰਹੇ ਸਵਾਮੀ ਜੀ ਪ੍ਰਾਣਾਯਾਮ ਦੀ ਮੁਹਾਰਤ ਵੀ ਕਰਾਉਣ ਲੱਗ ਪਏ। ਬਾਕੀ ਫਰਾਂਸ ਦੇ ਲੋਕਾਂ ਵਾਂਗ ਫਰੀਦਾ ਵੀ ਕੁਰਸੀ ਤੋਂ ਉਤਰ ਕੇ ਹੇਠ ਦਰੀ 'ਤੇ ਬਹਿ ਗਈ ਤੇ ਕਿੰਨਾ ਚਿਰ ਸਵਾਮੀ ਮਹਾਰਾਜ ਦੇ ਦੱਸੇ ਤਰੀਕਿਆਂ ਅਨੁਸਾਰ ਕਦੀ ਸਾਹ ਅੰਦਰ ਖਿੱਚਦੀ, ਕਦੀ ਬਾਹਰ ਕੱਢਦੀ। ਜੇ ਸੱਜੀ ਨਾਸ 'ਚੋਂ ਸਾਹ ਲੈਂਦੀ, ਖੱਬੀ ਨਾਸ 'ਚੋਂ ਕੱਢਦੀ, ਤੇ ਜੇ ਖੱਬੀ ਨਾਸ 'ਚੋਂ ਸਾਹ ਅੰਦਰ ਲਿਜਾਂਦੀ ਤਾਂ ਸੱਜੀ ਨਾਸ 'ਚੋਂ ਬਾਹਰ ਕੱਢਦੀ। ਸਾਹ ਲੈ ਰਹੀ, ਓਮ ਕਹਿੰਦੀ, ਸਾਹ ਰੋਕ ਰਹੀ ਤੇ ਅੱਖੀਆਂ ਦੇ ਦਰਮਿਆਨ ਮੱਥੇ ਦੇ ਵਿੱਚ ਧਿਆਨ ਨੂੰ ਇਕਾਗਰ ਕਰਦੀ। ਫਿਰ ਸਵਾਮੀ ਜੀ ਦੇ ਨਾਲ ਓਮ ਕਹਿੰਦੀ ਹੋਈ ਸਾਹ ਨੂੰ ਬਾਹਰ ਕੱਢਦੀ। ਜਦੋਂ ਲੈਕਚਰ ਖਤਮ ਹੋਇਆ, ਕਈ ਲੋਕ ਫਰੀਦਾ ਦੀ ਜਾਣ ਪਛਾਣ ਸਨ। ਉਹਨਾਂ ਨਾਲ ਗੱਪਾਂ ਮਾਰਨ ਲੱਗ ਪਈ। ਕਿੰਜ ਫਰਨ ਫਰਾਂਸੀਸੀ ਬੋਲਦੀ ਸੀ। ਉਹਨੂੰ ਕੁਝ ਸਮਝ ਨਾ ਆਉਂਦੀ, ਪਰ ਫਰਾਂਸੀਸੀ ਜ਼ਬਾਨ ਦੀ ਮਿਠਾਸ ਨਾਲ ਜਿਵੇਂ ਉਹਦੇ ਕੰਨ ਸਰਸ਼ਾਰ ਹੋ ਰਹੇ ਹੋਣ, ਜਿਵੇਂ ਕੋਈ ਸੰਗੀਤ ਲਹਿਰੀ ਉਹਦੇ ਅੰਗ 'ਚ ਝਰਨਾਟਾਂ ਛੇੜ ਰਹੀ ਸੀ। ਇੰਨੇ 'ਚ ਖਾਣ ਦਾ ਵੇਲਾ ਹੋ ਗਿਆ। ਮੋਟਰ 'ਚੋਂ ਆ ਕੇ ਬੈਠੀ ਤੇ ਫਰੀਦਾ ਕਹਿਣ ਲੱਗੀ, ਮੈਂ ਤੁਹਾਨੂੰ ਖਾਣਾ ਯੂਨੀਵਰਸਿਟੀ ਦੇ ਲਾਗੇ ਉਸੇ ਇਲਾਕੇ 'ਚ ਖਵਾਵਾਂਗੀ ਜਿੱਥੇ ਕਿਸੇ ਵੇਲੇ ਫਰਾਂਸ ਦੇ ਵੱਡੇ ਤੋਂ ਵੱਡੇ ਸਾਹਿਤਕਾਰ ਤੇ ਕਲਾਕਾਰ ਫਿਰਿਆ ਕਰਦੇ ਸਨ। ਕਿਸੇ ਅਜਿਹੇ ਰੈਸਟੋਰੈਂਟ 'ਚ ਜਿੱਥੇ ਕਦੀ ਵਿਕਟਰ ਹਿਊਗੇ ਨੇ ਭਾਵੇਂ ਆਪਣੀ ਮਹਿਬੂਬਾ ਨਾਲ ਖਾਣਾ ਖਾਧਾ ਹੋਵੇ ਜਾਂ ਫਿਰ ਮੋਪਾਂਸਾ ਨੇ,
ਜਿੱਥੇ ਭਾਵੇਂ ਕੱਲ੍ਹ ਹੀ ਸਾਰਤਰ ਆਪਣੀ ਦਿਲ ਨਿਵਾਜ਼ ਨਾਲ ਬੈਠਾ ਸ਼ੈਂਪੇਨ ਪੀਂਦਾ ਗਿਆ ਹੋਵੇ। ਤੇ ਫਿਰ ਇੱਕ ਭੀੜੇ ਜਿਹੇ ਬਾਜ਼ਾਰ ਵਿੱਚੋਂ ਹੁੰਦੀ ਫਰੀਦਾ ਉਹਨੂੰ ਇੱਕ ਰੈਸਟੋਰੈਂਟ 'ਚ ਲੈ ਗਈ। ਨੀਵਾਂ ਜਿਹਾ ਵਰਾਂਡਾ, ਉਹਦੇ ਪਿੱਛੇ ਇੱਕ ਸੋਫਾ, ਉਹਦੇ ਪਿੱਛੇ ਵਿਹੜਾ, ਵਿਹੜੇ ਦੇ ਗਿਰਦ ਵਰਾਂਡੇ, ਵਰਾਂਡਿਆਂ ਦੇ ਪਿੱਛੇ ਕਮਰੇ, ਜਿਵੇਂ ਮਿੱਟੀ ਨਾਲ ਲਿਪੇ ਪੋਚੇ ਹੋਣ। ਸਦੀਆਂ ਪੁਰਾਣੇ ਮੇਜ਼ ਕੁਰਸੀਆਂ, ਸਦੀਆਂ ਪੁਰਾਣੇ ਛੱਤ, ਸਦੀਆਂ ਪੁਰਾਣੇ ਦਰਵਾਜ਼ੇ, ਪਰ ਹਰ ਚੀਜ਼ ਸਾਫ਼ ਸੁਥਰੀ। ਇਸ ਇਲਾਕੇ ਵਿੱਚ ਪਿਛਲੇ ਦਿਨਾਂ ਵਿੱਚ ਬੜੇ ਉਪਦਰਵ ਹੋਏ। ਇੱਕ ਕੱਲ੍ਹ ਮੁਕੱਲੇ ਕਮਰੇ 'ਚ ਬੈਠਦੀ ਫਰੀਦਾ ਉਹਨੂੰ ਦੱਸਣ ਲੱਗੀ, ਤੁਸੀਂ ਅਖਬਾਰਾਂ 'ਚ ਪੜ੍ਹਿਆ ਹੀ ਹੋਏਗਾ, ਜਵਾਨ ਜਹਾਨ ਯੂਨੀਵਰਸਿਟੀ ਦੇ ਮੁੰਡਿਆਂ ਨਾ ਬੱਸਾਂ ਸਾੜੀਆਂ, ਬਿਜਲੀ ਦੇ ਖੰਭੇ ਉਖਾੜੇ, ਅੱਗਾਂ ਲਾਈਆਂ, ਕਿੰਨੇ ਦਿਨ ਹੜਤਾਲ ਕੀਤੀ। ਇੰਨੇ 'ਚ ਬਹਿਰਾ ਇੱਕ ਬੋਤਲ ਤੇ ਤਸ਼ਤਰੀ ਵਿੱਚ ਲਾਏ 2 ਕੱਚ ਦੇ ਅਤਿਅੰਤ ਨਾਜ਼ੁਕ ਗਿਲਾਸ ਲੈ ਕੇ ਆ ਗਿਆ ਸੀ। ਬਹਿਰਾ ਜਦੋਂ ਮੇਜ਼ 'ਤੇ ਬੋਤਲ ਤੇ ਗਿਲਾਸ ਸਜਾ ਰਿਹਾ ਸੀ, ਫਰੀਦਾ ਉਹਨੂੰ ਫਰਾਂਸੀਸੀ 'ਚ ਦੱਸਦੀ ਰਹੀ, ਖਾਣ ਲਈ ਉਹ ਪਹਿਲੇ ਕੀ ਲਿਆਏ, ਫਿਰ ਕੀ, ਪੁਡਿੰਗ ਕੀ ਹੋਏਗਾ, ਵਗੈਰਾ ਵਗੈਰਾ। ਬਹਿਰਾ ਅੱਖੀਓਂ ਓਹਲੋ ਹੀ ਹੋਇਆ ਤਾਂ ਉਸ ਫਰੀਦਾ ਵੱਲ ਸ਼ਰਮਿੰਦਾ ਵੇਖਦੇ ਹੋਏ ਕਿਹਾ, ਪਰ ਮੈਂ ਤੇ ਸ਼ਰਾਬ ਨਹੀਂ ਪੀਂਦਾ। ਫਰੀਦਾ ਨੇ ਸੁਣਿਆ ਤੇ ਉਹਦਾ ਮੂੰਹ ਜਿਵੇਂ ਇੱਕਦਮ ਹਿੱਸ ਗਿਆ ਹੋਵੇ। ਪਰ ਅਗਲੇ ਹੀ ਛੇਨੋਂ ਕਹਿਣ ਲੱਗੀ, ਇਹ ਸ਼ਰਾਬ ਥੋੜ੍ਹੀ ਏ, ਇਹ ਤੇ ਵਾਈਨ ਏ, ਫਰਾਂਸ ਦੀ ਬਿਹਤਰੀਨ ਵਾਈਨ। ਪਰ ਮੈਂ ਕਦੀ ਵਾਈਨ ਵੀ ਨਹੀਂ ਪੀਤੀ। ਉਸ ਆਪਣੀ ਮਜਬੂਰੀ ਦੱਸੀ। ਕੋਈ ਗੱਲ ਨਹੀਂ, ਤੁਸੀਂ ਇੱਕ ਘੁੱਟ ਚੱਖ ਕੇ ਵੇਖ ਲੈਣਾ, ਜੇ ਤੁਹਾਨੂੰ ਪਸੰਦ ਨਾ ਆਈ ਤਾਂ ਮੈਂ ਤੁਹਾਨੂੰ ਮਜਬੂਰ ਨਹੀਂ ਕਰਾਂਗੀ। ਫਰੀਦਾ ਦੀਆਂ ਅੱਖਾਂ ਵਿੱਚ ਸ਼ਰਾਰਤ ਸੀ, ਪਰ ਸਵਾਲ ਤਾਂ ਅਸੂਲ ਦਾ ਹੈ, ਉਹ ਆਪਣੇ ਇਰਾਦੇ ਦਾ ਪੱਕਾ ਸੀ। ਫਰੀਦਾ ਸੁਣ ਕੇ ਹੱਸ ਪਈ। ਕੋਈ ਮੁਜ਼ਾਇਕਾ ਨਹੀਂ। ਫਰਾਂਸ 'ਚ ਇਹ ਰਿਵਾਜ਼ ਹੈ ਕਿ ਜਦੋਂ ਮਰਦ ਔਰਤ ਇਕੱਠੇ ਬਹਿ ਕੇ ਪੀ ਰਹੇ ਹੋਣ ਤਾਂ ਮਰਦ ਵਾਈਨ ਦੀ ਬੋਤਲ ਨੂੰ ਖੋਲ੍ਹਦਾ ਹੈ, ਫਿਰ ਉਹਨੂੰ ਸੁੰਘਦਾ ਹੈ, ਇਹ ਵੇਖਣ ਲਈ ਕਿ ਵਾਈਨ ਖੁਸ਼ਬੂਦਾਰ ਹੈ ਕਿ ਨਹੀਂ। ਫਿਰ ਇੱਕ ਜਾਮ ਤਿਆਰ ਕਰਦਾ ਹੈ। ਇਹ ਤੋਂ ਪਹਿਲੇ ਕਿ ਉਹ ਜਾਮ ਔਰਤ ਨੂੰ ਪੇਸ਼ ਕਰਦਾ ਹੈ, ਉਹ ਜਾਮ ਨੂੰ ਆਪ ਚੱਖਦਾ ਹੈ, ਫਿਰ ਉਹਦੀ ਪ੍ਰਸ਼ੰਸਾ ਕਰਦਾ ਹੋਇਆ ਔਰਤ ਦੇ ਹੱਥ 'ਚ ਫੜਾ ਦਿੰਦਾ ਹੈ। ਇਹ ਸਭ ਕੁਝ ਕਰਨ ਲਈ ਉਹ ਤਿਆਰ ਸੀ ਤੇ ਫਿਰ ਖੁਸ਼ੀਆਂ ਵਿੱਚ ਉਹ ਖਾਣਾ ਖਾਂਦੇ ਰਹੇ। ਖਾਣੇ ਤੋਂ ਪਹਿਲੇ, ਖਾਣੇ ਦੇ ਦੌਰਾਨ, ਖਾਣੇ ਤੋਂ ਬਾਅਦ ਫਰੀਦਾ ਇੱਕ ਤੋਂ ਬਾਅਦ ਇੱਕ ਜਾਮ ਬਣਾਉਂਦੀ ਗਈ, ਪੀਂਦੀ ਰਹੀ। ਬਸ ਪਹਿਲਾ ਜਾਮ ਉਹਦੇ ਸਾਥੀ ਨੇ ਬਣਾਇਆ ਸੀ, ਫਿਰ ਉਸ ਬੋਤਲ ਆਪਣੇ ਵੱਲ ਖਿਸਕਾ ਲਈ ਸੀ, ਪੀ ਰਹੀ ਤੇ ਅੰਤਾਂ ਦੀਆਂ ਗੱਲਾਂ ਕਰ ਰਹੀ ਸੀ। ਕੁਝ ਚਿਰ ਬਾਅਦ ਹੋਰ ਕੋਈ ਗੱਲ ਨਾ ਸੁੱਝਣ 'ਤੇ ਉਹਦੇ ਮਹਿਮਾਨ ਦੇ ਮੂੰਹੋਂ ਨਿਕਲਿਆ, ਤੁਹਾਡਾ ਬੇਟਾ ਹੁਣ ਤੇ ਵੱਡਾ ਹੋ ਗਿਆ ਹੋਏਗਾ। ਫਰੀਦਾ ਨੇ ਸੁਣਿਆ ਤੇ ਇੱਕਦਮ ਜਿਵੇਂ ਕੋਈ ਬੰਬ ਫਟ ਜਾਏ, ਉਹਦੀਆਂ ਅੱਖਾਂ 'ਚ ਝਲਾਰ ਅੱਥਰੂਆਂ ਦੀ ਵਰਨ ਲੱਗ ਪਈ। ਉਹ ਅਤਿਅੰਤ ਸ਼ਰਮਿੰਦਾ ਸੀ, ਖਬਰੇ ਉਸ ਗਲਤ ਸਵਾਲ ਕਰ ਦਿੱਤਾ ਸੀ। ਕੁਝ ਚਿਰ ਆਪ ਮੁਹਾਰੀ ਛਲ ਅੱਥਰੂ ਰੋ ਰਹੀ ਫਰੀਦਾ ਕਹਿਣ ਲੱਗੀ, ਤੁਹਾਨੂੰ ਪਤਾ ਹੈ ਮੇਰਾ ਬੇਟਾ ਮੈਥੋਂ ਮੇਰੇ ਖਾਵੰਦ ਨੇ ਖੋਹ ਲਿਆ ਹੈ। ਵੱਖ ਆਉਣ ਤੋਂ ਪਹਿਲਾਂ ਉਸ ਸਾਡੇ ਬੱਚੇ 'ਤੇ ਵੀ ਕਬਜ਼ਾ ਕਰ ਲਿਆ। ਮੈਂ ਤਾਂ ਸੋਚਦਾ ਸੀ ਕਿ ਫਰਾਂਸੀਸੀ ਲੋਕ ਬੜੇ ਜ਼ਾਲਮ ਹੁੰਦੇ ਨੇ। ਫਰੀਦਾ ਨੇ ਉਹਦਾ ਫਿਕਰਾ ਉਹਦੇ ਮੂੰਹ 'ਚੋਂ ਪੜੁੰਮ ਲਿਆ। ਇੰਨਾ ਮੈਨੂੰ ਮਾਰਦਾ ਸੀ, ਇੰਨਾ ਜਿਵੇਂ ਕੋਈ ਵੈਰੀ ਹੋਵੇ। ਹਰ ਰਾਤ ਮੈਂ ਮਾਰ ਖਾਂਦੀ ਰਹੀ। ਪਤਾ ਨਹੀਂ ਇੰਨੇ ਵਰ੍ਹੇ ਮੈਂ ਕਿਸ ਤਰ੍ਹਾਂ ਉਹਦੇ ਨਾਲ ਗੁਜ਼ਾਰ ਲਏ। ਫਰੀਦਾ ਹੁਣ ਕੁਝ ਹੌਸਲੇ 'ਚ ਆ ਰਹੀ ਸੀ ਤੇ ਫਿਰ ਇੱਕ ਦਿਨ ਮੈਂ ਉਹਦੇ ਘਰੋਂ ਨਿਕਲ ਆਈ। ਯਾਦਾਂ 'ਚ ਡੁੱਬੀ ਫਰੀਦਾ ਆਪ ਮੁਹਾਰੀ ਬੋਲਦੀ ਜਾ ਰਹੀ ਸੀ। ਮੈਂ ਆਪਣੇ ਆਪ ਨੂੰ ਕਿਹਾ, ਮੈਂ ਪੜ੍ਹੀ ਲਿਖੀ ਹਾਂ, ਆਪ ਕਮਾਉਂਦੀ ਹਾਂ, ਚੰਗੀ ਭਲੀ ਖੂਬਸੂਰਤ ਹਾਂ, ਕਿਉਂ ਮੈਂ ਹਰ ਰੋਜ਼ ਕੁੱਟ ਖਾਂਦੀ ਹਾਂ। ਤੇ ਮੈਂ ਉਹਦੇ ਘਰ ਨੂੰ ਲੱਤ ਮਾਰ ਕੇ ਤੁਰ ਆਈ। ਬਸ ਮੈਨੂੰ ਅਫਸੋਸ ਆਪਣੀਆਂ ਕਿਤਾਬਾਂ ਦਾ ਹੈ, ਕਿਤਾਬਾਂ ਤੇ ਆਪਣੇ ਬੱਚੇ ਦਾ। ਇੰਨਾ ਪਿਆਰਾ ਬੱਚਾ ਹੈ, ਬੇਸ਼ੱਕ ਆਪਣੇ ਬਾਪ ਦੀ ਸ਼ਕਲ, ਪਰ ਮੈਂ ਉਹਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ ਹੈ। ਇਸ ਤੋਂ ਤਾਂ ਮੈਂ ਆਪਣੇ ਦੇਸ਼ 'ਚ ਹੀ ਰਹਿੰਦੀ, ਆਪਣੇ ਦੇਸ਼ 'ਚ ਹੀ ਵਿਆਹ ਕਰਦੀ। ਕਿੰਨੇ ਮੁੰਡੇ ਮੇਰੇ ਪਿੱਛੇ ਪਏ ਰਹਿੰਦੇ ਸਨ। ਹੁਣ ਮੈਂ ਨਾ ਇੱਧਰ ਜੋਗੀ ਹਾਂ ਨਾ ਉੱਧਰ ਜੋਗੀ। ਭੈੜੀਆਂ ਆਦਤਾਂ ਪੈ ਗਈਆਂ ਨੇ। ਆਪਣੇ ਦੇਸ਼ 'ਚ ਨਾ ਇਸ ਤਰ੍ਹਾਂ ਦੀ ਸ਼ਰਾਬ ਮਿਲ ਸਕੇਗੀ, ਨਾ ਇੰਨੀ ਤਨਖਾਹ। ਇੱਥੇ ਮੇਰੀ ਨੌਕਰੀ ਏ, ਆਪਣੇ ਮਹਿਕਮੇ 'ਚ ਇੰਨੀ ਮੇਰੀ ਕਦਰ ਏ, ਤੇ ਫਿਰ ਪੈਰਿਸ ਦਾ ਇਹ ਕਮਬਖਤ ਸ਼ਹਿਰ, ਇਹ ਨਹੀਂ ਛੱਡਿਆ ਜਾਣਾ। ਮੇਰੀ ਤੇ ਕਬਰ ਇੱਥੇ ਹੀ ਬਣੇਗੀ। ਹੁਣ ਉਹ ਫਰੀਦਾ ਦੀ ਮੋਟਰ 'ਚ ਬੈਠੇ ਸਨ। ਮੋਟਰ ਚਲਾ ਰਹੀ ਉਹ ਉਹਨੂੰ ਉਹਦੇ ਹੋਟਲ ਛੱਡਣ ਜਾ ਰਹੀ ਸੀ। ਜਦੋਂ ਪੁਰਾਣੀਆਂ ਯਾਦਾਂ 'ਚ ਡੁੱਬੀ ਗੱਲਾਂ ਕਰ ਰਹੀ ਸੀ, ਉਹ ਚੁਪਕੇ ਜੇ ਜਾ ਕੇ ਬਿੱਲ ਚੁਕਾਇਆ ਤੇ ਉਹਨੂੰ ਬਾਹੋਂ ਫੜ ਕੇ ਮੋਟਰ 'ਚ ਲਿਆ ਬਿਠਾਇਆ ਸੀ। ਮੋਟਰ 'ਚ ਬੈਠੀ ਉਂਝ ਦੀ ਉਂਝ ਉਸ ਉਹਨੂੰ ਇੱਕ ਬਾਂਹ ਨਾਲ ਆਪਣੇ ਕਲਾਵੇ 'ਚ ਲਿਆ ਹੋਇਆ ਸੀ, ਜਿਸ ਤਰ੍ਹਾਂ ਉਹਦੇ ਨਾਲ ਚਿਮਟੀ ਉਹ ਰੈਸਟੋਰੈਂਟ ਦੇ ਉਸ ਨਿਵੇਕਲੇ ਕਮਰੇ 'ਚੋਂ ਨਿਕਲੀ ਸੀ। ਮੇਰੀ ਤੇ ਕਬਰ ਇੱਥੇ ਹੀ ਬਣੇਗੀ, ਇਸੇ ਸ਼ਹਿਰ 'ਚ। ਉਹ ਜਜ਼ਬਾਤੀ ਹੋ ਰਹੀ ਸੀ। ਫਿਰ ਉਹਦੀਆਂ ਪਲਕਾਂ ਭਿੱਜ ਰਹੀਆਂ ਸਨ ਤੇ ਫਿਰ ਉਸ ਉਬਾਸੀ ਲਈ। ਤੁਹਾਨੂੰ ਪਤਾ ਹੈ, ਮੋਟਰ ਚਲਾਉਂਦੀ ਮੈਂ ਸੌਂ ਜਾਂਦੀ ਹਾਂ। ਅੱਜ ਮੈਂ ਥੱਕ ਵੀ ਕਿੰਨੀ ਗਈ ਹਾਂ। ਸਵੇਰ ਦੀ ਘਰੋਂ ਨਿਕਲੀ ਹੋਈ ਹਾਂ।
ਮੇਰਾ ਘਰ ਸ਼ਹਿਰੋਂ ਬਾਹਰ 40 ਮੀਲ ਦੂਰ ਏ। ਅਜੇ ਤਾਂ ਮੈਂ 40 ਮੀਲ ਹੋਰ ਮੋਟਰ ਚਲਾਉਣੀ ਹੈ। ਕਿਸੇ ਨੂੰ ਨੀਂਦ ਨਾ ਆਏ ਤਾਂ ਕੀ? ਮੋਟਰ ਚਲਾਉਂਦੀ ਮੇਰੀ ਅੱਖ ਲੱਗ ਜਾਂਦੀ ਹੈ। ਪਿਛਲੀ ਮੇਰੀ ਮੋਟਰ ਦੀ ਵੀ ਇੰਝ ਹੀ ਟੱਕਰ ਲੱਗੀ। ਉਹ ਸੁਣਿਆ ਤੇ ਉਹਦੇ ਪਸੀਨੇ ਛੁੱਟਣ ਲੱਗ ਪਏ। ਆਪ ਉਹਦੇ ਈਸ਼ਵਰ ਅੱਗੇ ਹੱਥ ਜੋੜੇ। ਇਹ ਮੋਟਰ ਇੰਸ਼ੋਰੈਂਸ ਕੰਪਨੀ ਵਾਲਿਆਂ ਨੇ ਮੈਨੂੰ ਲੈ ਕੇ ਦਿੱਤੀ। ਅਜੇ 3 ਦਿਨ ਹੀ ਤੇ ਹੋਏ ਨੇ ਆਈ ਨੂੰ। ਅਜੇ ਤੇ ਇਹਦੀ ਨੰਬਰ ਪਲੇਟ ਵੀ ਨਹੀਂ ਲੱਗੀ। ਉਹਨੂੰ ਹੁਣ ਉਹਦੀ ਕੋਈ ਗੱਲ ਨਹੀਂ ਸੀ ਸੁਣਾਈ ਦੇ ਰਹੀ। ਉਹਨੂੰ ਲੱਗਦਾ ਜਿਵੇਂ ਉਹਦੀ ਜ਼ਿੰਦਗੀ ਦੇ ਉਹ ਆਖਰੀ ਛਿਣ ਸਨ। ਫਰੀਦਾ ਦੀ ਮੋਟਰ ਕਿਸੇ ਵੇਲੇ ਵੀ ਉਹਦੇ ਹੱਥੋਂ ਛੁੜਕ ਜਾਏਗੀ। ਅੱਧੀ ਤੋਂ ਵਧੇਕ ਬੋਤਲ ਉਹ ਇਕੱਲੀ ਚੜ੍ਹਾ ਗਈ ਸੀ ਤੇ ਫਿਰ ਸ਼ਰਾਬ 'ਚ ਬਦਮਸਤ ਇੱਕ ਬਾਂਹ ਨਾਲ ਕਿੰਜ ਉਹਨੂੰ ਆਪਣੇ ਨਾਲ ਚਿਪਕਾਏ ਹੋਏ ਸੀ, ਆਪਣੇ ਕੋਲ, ਹੋਰ ਕੋਲ। ਕਦੀ ਉਹਦੇ ਵਾਲਾਂ 'ਚ ਉਂਗਲੀਆਂ ਫੇਰਨ ਲੱਗ ਪੈਂਦੀ, ਕਦੀ ਬਦਮਸਤ ਅੱਖੀਆਂ ਨਾਲ ਉਹਦੇ ਚਿਹਰੇ ਵੱਲ ਵੇਖਣ ਲੱਗ ਪੈਂਦੀ। ਸਲੀਮਾ ਕਿੰਨੀ ਕਿਸਮਤ ਵਾਲੀ ਏ। ਮੁੜ ਲਲਚਾਈਆਂ ਨਜ਼ਰਾਂ ਉਸ ਵੱਲ ਤੱਕ ਕੇ ਕਹਿਣ ਲੱਗਦੀ, ਸਲੀਮਾ ਕਿੰਨੀ ਕਿਸਮਤ ਵਾਲੀ ਏ। ਤੇ ਉਹਨੂੰ ਲੱਗਦਾ ਉਹ ਰਾਤ ਉਹਦੀ ਖਰਾਮੀ ਨਹੀਂ ਗੁਜ਼ਰੇਗੀ। ਕੋਈ ਹਾਦਸਾ ਜ਼ਰੂਰ ਹੋ ਕੇ ਰਹੇਗਾ। ਤੇ ਮਨ ਹੀ ਮਨ ਆਪਣੀ ਬੀਵੀ ਬੱਚਿਆਂ ਨੂੰ ਅਲਵਿਦਾ ਕਹਿ ਰਿਹਾ ਸੀ। ਇਹ ਤੀਜੀ ਮੋਟਰ ਹੈ ਮੇਰੀ। ਫਰੀਦਾ ਫਿਰ ਆਪਣੇ ਮੋਟਰ ਦੇ ਹਾਦਸਿਆਂ ਦਾ ਜ਼ਿਕਰ ਕਰ ਰਹੀ ਸੀ। ਪਿਛਲੀ ਵਾਰ ਤੇ ਪਤਾ ਨਹੀਂ ਮੈਂ ਕਿਵੇਂ ਬਚ ਗਈ। ਕੋਈ ਨਹੀਂ ਮੰਨਦਾ ਕਿ ਮੈਂ ਮੋਟਰ ਚਲਾ ਰਹੀ ਸੀ। ਮੋਟਰ ਚੀਨਾ ਹੋ ਗਈ ਤੇ ਮੈਨੂੰ ਜ਼ਰਾ ਵੀ ਜ਼ਰਬ ਨਹੀਂ ਆਈ। ਮਾਮੂਲੀ 2-4 ਝਰੀਟਾਂ ਤੇ ਬਸ। ਖਬਰੇ ਤੁਹਾਨੂੰ ਮਿਲਣਾ ਸੀ, ਸਲੀਮਾ ਦੇ ਸੋਹਣੇ ਘਰ ਵਾਲੇ ਨੂੰ। ਇੰਨੇ ਚਿਰ ਮੋਟਰ ਉਹਦੇ ਹੋਟਲ ਦੇ ਸਾਹਮਣੇ ਆ ਰੁਕੀ। ਉਸ ਭਗਵਾਨ ਦਾ ਲੱਖ ਲੱਖ ਸ਼ੁਕਰ ਕਰਦਾ ਮੋਟਰ 'ਚੋਂ ਨਿਕਲਿਆ। ਫਰੀਦਾ ਵੀ ਮੋਟਰ 'ਚੋਂ ਨਿਕਲ ਆਈ। ਮੋਟਰ ਦਾ ਦਰਵਾਜ਼ਾ ਬੰਦ ਕਰਕੇ ਉਹਨੂੰ ਤਾਲਾ ਲਾ ਰਹੀ ਸੀ। ਇਹ ਵੇਖ ਕੇ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸ਼ਰਾਬ 'ਚ ਬਦਮਸਤ ਔਰਤ ਉਹਦੇ ਹੋਟਲ ਦੇ ਨਵੇਕਲੇ ਕਮਰੇ 'ਚ ਅੱਜ ਤੇ ਕੋਈ ਅਨਰਥ ਹੋ ਕੇ ਰਹੇਗਾ। ਉਹ ਸੋਚ ਹੀ ਰਿਹਾ ਸੀ ਕਿ ਫਰੀਦਾ ਨੇ ਅੱਗੇ ਵੱਧ ਕੇ ਉਹਦੀ ਬਾਂਹ ਆਪਣੇ ਮੋਢੇ 'ਤੇ ਰੱਖ ਲਈ, ਆਪਣੀ ਬਾਂਹ ਉਹਦੇ ਮੋਢੇ 'ਤੇ ਟਿਕਾ ਲਈ ਤੇ ਹੌਲੀ-ਹੌਲੀ ਕਦਮ ਹੋਟਲ ਵੱਲ ਤੁਰ ਪਈ। ਉਂਝ ਦੀ ਉਂਝ ਹੋਟਲ 'ਚੋਂ ਦਾਖਲ ਹੋਏ। ਹੋਟਲ ਦਾ ਲਾਊਂਜ, ਗੈਲਰੀ, ਉਹ ਦਿਲ ਈਸ਼ਵਰ ਅੱਗੇ ਅਰਜ਼ੋਈਆਂ ਕਰ ਰਿਹਾ ਸੀ। ਇੰਨੇ 'ਚੋਂ ਐਲੀਵੇਟਰ ਦੇ ਸਾਹਮਣੇ ਜਾ ਪੁੱਜੇ। ਓਕੇ, ਗੁੱਡ ਨਾਈਟ। ਫਰੀਦਾ ਨੇ ਪਹਿਲੇ ਫਰਾਂਸੀਸੀ 'ਚ ਬੋਲਣਾ ਸ਼ੁਰੂ ਕੀਤਾ। ਫਿਰ ਇਹ ਖਿਆਲ ਆਉਣ 'ਤੇ ਕਿ ਉਹਦਾ ਮਹਿਮਾਨ ਫਰਾਂਸੀਸੀ ਨਹੀਂ ਜਾਣਦਾ ਸੀ, ਉਸ ਕਿਹਾ, ਅੱਛਾ, ਇਜਾਜ਼ਤ। ਰਾਤ ਦੇ ਇਸ ਵੇਲੇ ਇੱਕ ਔਰਤ ਨੂੰ ਕਿਸੇ ਪਰਾਏ ਮਰਦ ਦੇ ਕਮਰੇ 'ਚ ਜਾਣਾ ਨਹੀਂ ਸੋਭਦਾ ਤੇ ਉਹ ਆਪਣੇ ਮਹਿਮਾਨ ਨੂੰ ਲਿਫਟ ਦੇ ਅੰਦਰ ਕਰਕੇ ਆਪ ਪਿੱਛੇ ਹਟ ਗਈ। ਇੰਨੇ 'ਚ ਲਿਫਟ ਦਾ ਦਰਵਾਜ਼ਾ ਆਪ ਹੀ ਬੰਦ ਹੋ ਗਿਆ। ਲਿਫਟ ਉੱਤੇ ਚੜ੍ਹਨ ਲੱਗ ਪਈ। ਧੰਨਵਾਦ।